बिस्मिल्लाहिर्रहमानिर्रहीम। औकात टीवी में अब्दुल जब्बार अंसारी हाजिर। आज मैं आपकी मुलाकात एक तारीख़ी शख्सियत चौधरी मोहम्मद सिद्दीक़ वड़ाइच से करवाने जा रहा हूँ। ये गुफ्तगू उन्होंने अपने बेटे के साथ की है और इनका पस मंज़र थोड़ा सा ये है कि ये चौधरी सिद्दीक़ वड़ाइच ख़ुद नेहरू के साथ भी इन्होंने वक्त गुजारा। इनके दादा जो थे वो बहादुर शाह जफ़र के सिपा सलार थे और उनके जो दादा थे वो टीपू सुल्तान के सिपा सलार रहे। आइए आपको गुफ्तगू सुनवाते हैं मोहम्मद सिद्दीक़ वड़ाइच की। बाबू जी, फिर ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਤੇ ਤੁਸੀਂ ਤੇ ਫੌਜ ਇੱਕ ਸੀ, ਫਿਰ ਤੁਹਾਨੂੰ ਕਿਵੇਂ ਉਹਨਾਂ ਨੇ ਪੁੱਛਿਆ ਸੀ ਕਿ ਪਾਕਿਸਤਾਨ ਜਾਣਾ ਹੈ ਜਾਂ ਹਿੰਦੁਸਤਾਨ ਜਾਣਾ ਹੈ? ਇਹ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਇਸ ਤੋਂ ਕੋਈ ਪਹਿਲਾਂ 2-3 ਮਹੀਨੇ ਹਰ ਬੰਦਿਆਂ ਨੂੰ ਪੁੱਛਿਆ, ਜਿਹੜੇ ਆਰਮੀ ਦੇ ਵਿੱਚ ਜਿਤਨੇ ਬੰਦੇ ਸੀ ਵੀ ਤੁਸੀਂ ਨੌਕਰੀ ਪਾਕਿਸਤਾਨ 'ਚ ਕਰਨੀ ਹੈ ਜਾਂ ਹਿੰਦੁਸਤਾਨ 'ਚ ਕਰਨੀ ਹੈ। ਮੇਰੇ ਕੋਲ ਵੀ ਪੁੱਛਿਆ ਅਤੇ ਮੈਂ ਨੇ ਕਿਹਾ ਬਈ ਪਾਕਿਸਤਾਨ 'ਚ ਕਰਨੀ ਹੈ। ਪਾਕਿਸਤਾਨ ਹੋਰ ਜਿਹੜੇ ਸਾਡੇ ਬਾਕੀ ਮੁਸਲਮਾਨ ਵੀ ਸਨ ਉਸ ਕਿਉਂਕਿ ਸਾਡੀ ਯੂਨਿਟ ਜਾਣੀ ਸੀ ਅੰਬਾਲੇ। ਉਹਨਾਂ ਨੇ ਕਿਹਾ ਤੇਰਾ ਕੋਈ ਦਿਮਾਗ ਖਰਾਬ ਹੈ ਬਈ ਅੰਬਾਲੇ ਹਫ਼ਤੇ ਨੂੰ ਛੁੱਟੀ ਲਿਆ ਕਰਾਂਗੇ। ਘਰ ਚਲੇ ਗਏ, ਐਤਵਾਰ ਘਰ ਰਹੇ, ਐਤਵਾਰ ਸ਼ਾਮ ਨੂੰ ਬੈਠੇ ਅਤੇ ਅੰਬਾਲੇ ਆ ਗਏ। ਅਤੇ ਤੇਰਾ ਕੋਈ ਦਿਮਾਗ ਖਰਾਬ ਹੈ, ਤੂੰ ਪਾਕਿਸਤਾਨ 'ਚ ਨੌਕਰੀ ਕਰੇਗਾ? ਮੈਂ ਕਿਹਾ ਨਹੀਂ, ਮੈਂ ਪਾਕਿਸਤਾਨ 'ਚ ਕਰਾਂਗਾ। ਇਹਨਾਂ ਫਿਰ ਉਹ ਪਾਕਿਸਤਾਨ ਬਣਨ 'ਤੇ ਕਾਫੀ ਦਿਨ ਸੀ, ਕਈ ਮਹੀਨੇ ਰਹਿੰਦੇ ਸੀ। ਇਹਨਾਂ ਨੇ ਜਿਨ੍ਹਾਂ ਨੇ ਹਿੰਦੁਸਤਾਨ 'ਚ ਨੌਕਰੀ ਲਗਾਈ ਸੀ ਉਹ ਅਲੱਗ ਕਰ ਦਿੱਤੇ, ਜਿਨ੍ਹਾਂ ਪਾਕਿਸਤਾਨ 'ਚ ਨੌਕਰੀ ਬਣਾਈ ਸੀ ਉਹ ਅਲੱਗ ਕਰ ਦਿੱਤੇ। ਜਿਨ੍ਹਾਂ ਹਿੰਦੁਸਤਾਨ 'ਚ ਨੌਕਰੀ ਲਗਾਈ ਉਹ ਜਿਹੜੀਆਂ ਹਿੰਦੁਸਤਾਨ 'ਚ ਹਿੰਦੂ ਯੂਨਿਟਾਂ ਸਿੱਖ ਸਨ ਹਰ ਚੀਜ਼ ਉਧਰ ਚਲੇ ਗਏ। ਅਸੀਂ ਜਿਹਨੇ ਪਾਕਿਸਤਾਨ 'ਚ ਲਗਾਈ ਅਸੀਂ ਉਹਨਾਂ 'ਚ ਰਹਿ ਗਏ ਜਿਹੜੇ ਪਾਕਿਸਤਾਨ 'ਚ ਕਰਨੀ ਸੀ। ਉਸ ਤੋਂ ਬਾਅਦ ਫਿਰ ਹਿੰਦੂ ਮੁਸਲਮਾਨ ਫਸਾਦ ਸ਼ੁਰੂ ਹੋ ਗਿਆ ਅਤੇ 1947 'ਚ। ਹਿੰਦੂ ਮੁਸਲਿਮ ਫਸਾਦ ਕਿਉਂ ਸ਼ੁਰੂ ਹੋਇਆ ਸੀ? ਕਿਹੜੀ ਬੁਨਿਆਦ ਕੀ ਬਣੀ ਸੀ? ਬੁਨਿਆਦ ਇਹੀ ਬਣੀ ਸੀ ਕਿ ਮੁਸਲਮਾਨ ਚਾਹੁੰਦੇ ਸੀ ਵੀ ਅਸੀਂ ਪਾਕਿਸਤਾਨ ਬਣਾਉਣਾ ਹੈ। ਅੱਛਾ। ਅਤੇ ਹਿੰਦੂਆਂ ਨੇ ਸਿੱਖਾਂ ਨੂੰ ਆਪਣੇ ਹੱਥ 'ਚ ਲਿਆ। ਅੱਛਾ। ਸਿੱਖਾਂ ਨੂੰ ਅੱਗੇ ਕੀਤਾ, ਹਿੰਦੂ ਪਿੱਛੇ ਰਹੇ। ਉਹਨਾਂ ਨੂੰ ਪੈਸਾ ਪੂਸਾ ਦੇ ਕੇ ਸਿੱਖਾਂ ਨੂੰ ਉਹਨਾਂ ਨੂੰ ਅੱਗੇ ਕਰ ਦਿੱਤਾ। ਜਿਹੜੀ ਮਹਾਰਾਜ ਪਟਿਆਲੇ ਜਿੰਨੀਆਂ ਸਿੱਖ ਰਿਆਸਤਾਂ ਸਨ ਉਹਨਾਂ ਨੇ ਸਾਰਿਆਂ ਨੇ ਆਪਣੇ ਬਾਗੀ ਕਰ ਦਿੱਤੇ। ਫੌਜਾਂ ਨੂੰ ਆਰਡਰ ਦੇ ਦਿੱਤਾ ਮੈਂ ਮੁਸਲਮਾਨਾਂ ਦੇ ਖਿਲਾਫ ਖੜ੍ਹੇ ਹੋ ਜਾਓ, ਅਤੇ ਨਾਲ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਸਾਡੀਆਂ ਫੌਜਾਂ ਬਾਗੀ ਹੋ ਗਈਆਂ। ਅਤੇ ਉਹ ਫਿਰ ਇਹ ਸਿੱਖਾਂ ਦੇ ਨਾਲ ਉਹ ਆਰਮੀ ਉਹਨਾਂ ਦੀ ਮਿਲ ਗਈ। ਜਿਹੜੀ ਹਿੰਦੂ ਆਰਮੀ ਸੀ, ਹਿੰਦੁਸਤਾਨ ਆਰਮੀ ਸੀ, ਇਹਨਾਂ ਨੇ ਉਹਨਾਂ ਨਾਲ ਮਿਲ ਗਈ। ਜਿਹੜੀ ਇਹਨਾਂ ਨੇ ਜਿਹੜਾ ਲਾਰਡ ਮਾਊਂਟ ਬੈਟਨ ਸੀ ਨਾ, ਉਦੋਂ ਸੀ ਵਾਇਸਰਾਏ ਹਿੰਦ, ਉਹ ਵੀ ਹਿੰਦੂਆਂ ਨਾਲ ਮਿਲ ਗਿਆ। ਇਹ ਵੀ ਹਿੰਦੂਆਂ ਨਾਲ ਮਿਲ ਗਿਆ। ਲਾਰਡ ਮਾਊਂਟ ਬੈਟਨ ਨੂੰ ਤੁਸੀਂ ਦੇਖਿਆ? ਹਾਂ ਦੇਖਿਆ, ਮੈਂ ਹੱਥ ਮਿਲਾਇਆ ਉਹਦੇ ਨਾਲ। ਉਹਦੇ ਨਾਲ ਡਿਊਟੀ ਕੀਤੀ ਹੈ। ਅੱਛਾ ਅੱਛਾ। ਕਿੰਨਾ ਚਿਰ? ਉਹਦੇ ਨਾਲ ਡਿਊਟੀ ਕੀਤੀ। ਉਹ ਉਹਦੇ ਹੀ ਚਿਰ ਕੇ ਆਇਆ 2-4 ਦਿਨ ਜਾਂ ਘੰਟਾ ਜਾਂ 2 ਘੰਟੇ ਜਾਂ 1 ਦਿਨ ਉਹਦੇ ਨਾਲ ਰਾਏ ਚਲਾ ਗਿਆ ਅਤੇ ਉਹਨੇ ਡਿਊਟੀ ਕੀਤੀ ਹੈ। ਬਸ ਉਸ ਦੇ ਨਾਲ ਫਿਰ ਇਹਨਾਂ ਨੇ ਆਪਣਾ ਲਾਰਡ ਮਾਊਂਟ ਬੈਟਨ ਵੀ ਉਹਨਾਂ ਨਾਲ ਸੀ, ਕਿਉਂਕਿ ਇਹਨਾਂ ਨੇ ਫਿਰ ਜਿੰਨੇ ਮੁਸਲਮਾਨਾਂ ਦੇ ਸਾਰੇ ਖਿਲਾਫ ਹੋ ਗਏ। ਅਤੇ ਮੁਸਲਮਾਨ ਜਿਹੜੇ ਸੀ ਇਹਨਾਂ ਦੇ ਮਹਾਜਰ ਜਿਹੜੇ ਸੀ ਇਹਨਾਂ ਦੀਆਂ ਫਿਰ ਤਲਾਸ਼ੀਆਂ ਸ਼ੁਰੂ ਕਰ ਦਿੱਤੀਆਂ। ਔਰ ਮੁਸਲਮਾਨਾਂ ਕੋਲ ਜਿਹਦੇ ਕੋਲ ਕੋਈ ਬਰਛਾ ਵੀ ਸੀ, ਕੁਲਹਾੜੀ ਵੀ ਸੀ, ਛੁਰੀ ਸੀ ਵੱਡੀ, ਉਹ ਸਾਰੀਆਂ ਮੁਸਲਮਾਨਾਂ ਤੋਂ ਖੋਹਲੀਆਂ। ਅਤੇ ਹਿੰਦੂਆਂ ਨੂੰ ਸਿੱਖਾਂ ਨੂੰ ਜਿਹੜਾ ਸੀ ਸ਼ਰੇਆਮ ਇਹਨਾਂ ਕੋਲ ਤਲਵਾਰਾਂ, ਇਹਨਾਂ ਦੀ ਜਿਹੜੀ ਉਹਨਾਂ ਦੀ ਯੂਨਿਟਾਂ ਸੀ ਉਹਨਾਂ ਕੋਲ ਰਾਈਫਲਾਂ ਵੀ ਸਨ। ਉਹ ਮੁਸਲਮਾਨਾਂ ਦੇ ਖਿਲਾਫ ਖੜ੍ਹ ਸ਼ੁਰੂ ਹੋਏ। ਉਹਨੇ ਫਿਰ ਮੁਸਲਮਾਨਾਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ। ਮੁਸਲਮਾਨ ਜਿੱਥੇ ਮੁਸਲਮਾਨਾਂ ਕੋਲ ਇਹੀ ਸੀ, ਛੋਟੀ ਸੀ ਜਾਂ ਕੁੜਾਰੀਆਂ ਸਨ ਮਾੜੀਆਂ ਮੋਟੀਆਂ, ਅਤੇ ਲੇਕਿਨ ਉਹਨਾਂ ਕੋਲ ਅੱਗੇ ਰਾਈਫਲਾਂ ਵੀ ਸਨ ਅਤੇ ਬਰਛੇ ਵੀ ਸਨ, ਤਲਵਾਰਾਂ ਵੀ ਸਨ, ਸਭ ਕੁਛ ਸੀ ਉਹਨਾਂ ਨੂੰ ਆਜ਼ਾਦ। ਫਿਰ ਉਹਨਾਂ ਨਾਲ ਹਕੂਮਤ ਵੀ ਉਹਨਾਂ ਦੇ ਨਾਲ ਸੀ। ਉਹਨਾਂ ਨੂੰ ਗੱਡੀਆਂ 'ਚ ਬਿਠਾ ਕੇ ਲੈ ਜਾਂਦੇ ਸੀ ਕਿਤੇ। ਫਿਰ ਇਹਨਾਂ ਇਹ ਬੇਈਮਾਨੀ ਕੀਤੀ
ਕਿ ਜਿਹੜੇ ਮੁਸਲਮਾਨ ਉੱਥੇ ਇਕੱਠੇ ਹੁੰਦੇ ਸੀ ਉਹਨਾਂ ਨੂੰ ਕਹਿੰਦੇ ਚਲੋ ਅਸੀਂ ਤੁਹਾਨੂੰ ਇਕੱਠੇ ਹੋ ਕੇ ਛੱਡ ਆਉਣੇ ਨੇ। ਅੱਗੇ ਸਿੱਖ ਬਿਠਾ ਦਿੰਦੇ ਸੀ ਅਤੇ ਇਹਨਾਂ ਨੇ ਨਾਲ ਉਹਨੂੰ ਪਿੰਡਾਂ ਦੇ ਜਿਹੜੇ ਜਿੱਥੇ ਥੋੜ੍ਹੇ ਮੁਸਲਮਾਨ ਹੁੰਦੇ ਸੀ ਪਿੰਡਾਂ 'ਚ ਜਾ ਕੇ ਆਪੋ ਉਹਦੇ ਪਿੱਛੇ ਇਹਨਾਂ ਕਤਲ ਕਰਨਾ ਸ਼ੁਰੂ ਕਰ ਦਿੰਦਾ। ਉਦੋਂ ਸਿੱਖਾਂ ਦੇ ਹਮਲੇ ਕਰਦੇ ਨੇ ਮੁਸਲਮਾਨਾਂ ਦੇ, ਜਿੱਥੇ ਫਿਰ ਮੁਸਲਮਾਨ ਬਹੁਤ ਜ਼ਿਆਦਾ ਕਤਲ ਹੋਏ, ਮਰੇ, ਕਾਫਲਿਆਂ ਦੇ ਕਾਫਲੇ ਮਰੇ। ਫਿਰ ਇਹਨਾਂ ਨੇ ਗੱਡੀਆਂ, ਫਿਰ ਗੱਡੀ ਚੱਲਦੀ ਹੁੰਦੀ ਸੀ ਦਿੱਲੀਓਂ ਮੁਸਲਮਾਨਾਂ ਦੀਆਂ ਗੱਡੀਆਂ। ਪਹਿਲਾ ਹਮਲਾ ਹੁੰਦਾ ਸੀ ਗੱਡੀਆਂ ਦੇ ਉੱਤੇ ਮੇਰਠ, ਜਿਹੜੇ ਹਿੰਦੂ ਮਤਲਬ ਮਿਹਨਤ ਕਰਦੇ ਸੀ। ਉਦੋਂ ਫਿਰ ਜਿਹੜੇ ਮਿਹਨਤ ਬਚ ਕੇ ਆ ਗਏ, ਫਿਰ ਦੂਸਰਾ ਹਮਲਾ ਹੁੰਦਾ ਸੀ ਕਿ ਸਾਹਨੇਵਾਲ ਸਟੇਸ਼ਨ ਹੈ ਇਹ ਲੁਧਿਆਣੇ ਦੇ ਪਰਲੀ ਸਾਈਡ ਦੇ ਉੱਤੇ, ਫਿਰ ਉਹ ਸਾਹਨੇਵਾਲ ਆ ਕੇ ਹਮਲਾ ਹੁੰਦਾ ਸੀ। ਉੱਥੇ ਮੁਸਲਮਾਨ ਕਤਲ ਹੁੰਦੇ ਸੀ, ਜਿੰਨਾ ਕਤਲ ਜਿਹੜੇ ਕੋਈ ਬਾਕੀ ਬਚ ਕੇ ਉਹ ਫਿਰ ਆ ਕੇ ਅੰਮ੍ਰਿਤਸਰ ਕਰ ਦਿੰਦੇ ਸੀ ਸਾਰਿਆਂ ਨੂੰ। ਸਿੱਖਾਂ ਦਾ ਜਿਹੜਾ ਗਰੁੱਪ ਸ਼ਿਕਾਰ ਹੁੰਦਾ ਸੀ, ਉਹ ਸ਼ਿਕਾਰ ਬਣਾਉਂਦਾ ਕੌਣ ਸੀ? ਹਿੰਦੂ ਉਹਨਾਂ ਨੂੰ ਕਹਿੰਦੇ ਸੀ ਵੀ ਤੁਹਾਨੂੰ ਛੱਡ ਕੇ ਆਉਨੇ ਆ, ਤੇ ਅੱਗੋਂ ਸਿੱਖ ਬਹਾ ਦਿੰਦੇ ਸੀ ਉਹ। ਨਹੀਂ ਹਿੰਦੂ ਸਿੱਖ ਵੀ ਜਦ ਨਹੀਂ ਸਿੱਖ ਆਬਾਦੀ ਜਿਹੜੀ ਹੈ ਨਾ, ਸਿੱਖ ਆਬਾਦੀ ਜ਼ਿਆਦਾ ਸੀ ਉਹ ਪੰਜਾਬ, ਮਸ਼ਰਕੀ ਪੰਜਾਬ ਵਾਲੀ ਸਾਈਡ 'ਤੇ। ਹਿੰਦੂ ਆਬਾਦੀ ਤਾਂ ਨਹੀਂ ਸੀ ਇੰਨੀ ਜ਼ਿਆਦਾ ਨਾ। ਸਿੱਖ ਹੀ ਆਪ ਹੀ ਜਦੋਂ ਉੱਥੇ ਕਿਤੇ ਮੁਸਲਮਾਨ ਇਕੱਠੇ ਹੋ ਜਾਂਦੇ ਸੀ ਤੇ ਇਹਨਾਂ ਨਾਲ ਹਮਲਾਵਰ ਹੁੰਦੇ ਸੀ, ਤੇ ਹਾਂ ਕਿ ਤੁਹਾਨੂੰ ਛੱਡ ਕੇ ਜਾਣੀ ਮਿਸਾਲ ਦੇ ਤੌਰ 'ਤੇ ਤੁਹਾਡਾ ਦੂਸਰਾ ਪਿੰਡ ਹੈ, ਉਹਨਾਂ ਤਿੰਨਾਂ ਚੋਂ ਪਿੰਡਾਂ ਵਾਲਿਆਂ ਨੂੰ ਕਹਿ ਦੇਣਾ ਵੀ ਅਸੀਂ ਮੁਸਲਮਾਨਾਂ ਨੂੰ ਲੈ ਕੇ ਆਉਣੇ, ਆਪਣੇ ਘਰਾਂ ਨੂੰ ਜਿਹੜੇ ਸਾਡੇ ਪਿੰਡ ਦੇ ਨੇ ਅਸੀਂ ਉਹਨਾਂ ਨੂੰ ਲੈ ਕੇ ਆਉਣਾ। ਨਹਿਰ ਦਾ ਪੁਲ ਹੋਇਆ, ਜਾਣੀ ਪੁਲ ਦੇ ਪਰਲੇ ਪਾਸੇ ਉਹ ਖੜੇ ਹੋ ਗਏ, ਪੁਲ ਦੇ ਪਰਲੇ ਪਾਸੇ ਉਹ ਬਿਠਾ ਗਏ। ਅਸੀਂ ਹੁਣ ਜਾਣੀ ਆਪਣੇ ਪਿੰਡ ਦੇ ਮੁਸਲਮਾਨਾਂ ਨੂੰ ਲੈ ਕੇ ਆ ਰਹੇ ਆ, ਉਹਨਾਂ ਨਾਲ ਉਹਨਾਂ ਤੋਂ ਹਥਿਆਰ ਸਾਰੇ ਜਮ੍ਹਾਂ ਕਰਾ ਲੈਣੇ। ਜਿਹੜੇ ਮੁਸਲਮਾਨਾਂ ਕੋਲ ਹੁੰਦੇ ਸੀ ਲਾਠੀਆਂ ਵੀ ਕੁਲਹਾੜੀ ਜਾਂ ਬਰਸੇ, ਉਹ ਕਹਿੰਦਾ ਤੁਸੀਂ ਇੱਥੇ ਜਮ੍ਹਾਂ ਕਰ ਦਿਓ, ਅਸੀਂ ਤੁਹਾਡੇ ਨਾਲ ਤੁਹਾਡੀ ਹਿਫਾਜ਼ਤ ਕਰਦੇ ਹਾਂ। ਦਾਏ ਬਾਏ ਸਿੱਖ ਜਾਣੇ ਅਤੇ ਮੁਸਲਮਾਨ ਦਰਮਿਆਨ 'ਚ ਔਰਤਾਂ ਵੀ ਜਿਹੜੀਆਂ ਸਿੱਖਾਂ ਦੀਆਂ ਮੁਸਲਮਾਨਾਂ ਦੀਆਂ ਆਉਣੀਆਂ, ਅਤੇ ਉਹ ਪੈਦਲ ਚੱਲਦੇ ਸੀ। ਅੱਛਾ, ਨਹਿਰ ਦਾ ਪੁਲ ਆ ਗਿਆ ਪਰਲੇ ਪਾਸੇ, ਜਦੋਂ ਪੁਲ ਦੇ ਉੱਤੇ ਸਾਰੇ ਮੁਸਲਮਾਨ ਚੜ੍ਹ ਗਏ, ਅੱਗੇ ਉਹਨਾਂ ਨੇ ਹਮਲਾ ਕਰ ਦੇਣਾ। ਪਿੱਛੋਂ ਜਿਹੜੇ ਪਿੱਛੇ ਸਿੱਖ ਆਪਣੇ ਪਿੰਡ ਦੇ ਹੀ ਹੁੰਦੇ ਸੀ, ਉਹਨਾਂ ਪਿੱਛੋਂ ਮਾਰਨੇ ਸ਼ੁਰੂ ਕਰ ਦਿੱਤੇ। ਮੁਨਾਫਕਤ ਕੀਤੀ ਬਹੁਤ ਜ਼ਿਆਦਾ, ਮੁਨਾਫਕਤ ਨਾਲ ਹੀ ਮਾਰੇ, ਨਹੀਂ ਤਾਂ ਮੁਸਲਮਾਨ ਮਾਰ ਨਹੀਂ ਸੀ ਕਰਦੇ। ਹਥਿਆਰ ਉਹਨਾਂ ਕੋਲ ਵੀ ਹੁੰਦੇ, ਯਾਰ ਪੈਂਟਾਂ ਨਹੀਂ ਮਾਰ ਕਰਦੇ ਇਹਨਾਂ ਨੇ। ਦੂਸਰਾ ਇਹਨਾਂ ਦੀ ਜਿਹੜੀਆਂ ਜਿੰਨੀਆਂ ਵੀ ਰਿਆਸਤਾਂ ਸੀ ਨਾ, ਚੜਿੱਕ ਸੀ, ਮਹਾਰਾਜਾ ਪਟਿਆਲਾ ਸੀ, ਨਾਭਾ ਸੀ, ਅੱਛਾ ਸੰਗਰੂਰ ਸੀ। ਚੜਿੱਕ ਤਾਂ ਪਿੰਡ ਸੀ ਨਾ, ਇੱਕ ਪਿੰਡ ਚੜਿੱਕ ਰਿਆਸਤ ਸੀ। ਅੱਛਾ, ਬਹੁਤ ਵੱਡਾ ਪਿੰਡ ਸੀ। ਹਾਂ, ਬਹੁਤ ਵੱਡਾ ਪਿੰਡ ਸੀ। ਉਹ ਜਿਹੜੇ ਉੱਥੇ ਦਾ ਜਿਹੜਾ ਸਿੱਖ ਸੀ ਨਾ, ਉਹ ਜਿਸ ਤਰ੍ਹਾਂ ਉਹਨਾਂ ਮਹਾਰਾਜਾ ਸੀ, ਜਿਹੜੇ ਉਹ ਮਹਾਰਾਜਾ ਸੀ, ਜਿਹੜੇ ਇੱਕ ਬਹੁਤ ਵੱਡਾ ਸ਼ਹਿਰ ਸੀ ਇੱਕ ਕਿਸਮ ਦਾ। ਇਹ ਫਿਰ ਚਲੋ ਇਹਨਾਂ ਨੇ ਇੱਕ ਹਮਲਾ ਕਰਨਾ, ਅਤੇ ਉਹਨਾਂ ਨੇ ਪਹਿਲਾਂ ਉੱਥੇ ਇਕੱਠੇ ਕਰ ਜਾਂਦੇ ਜਾਨੀ ਇਹ ਸੀ ਨਾ, ਜਿੱਦਾਂ ਸਿੱਖਾਂ ਪਿੰਡਾਂ 'ਚ ਮੁਸਲਮਾਨ ਦੇ 8 10 10 15 ਘਰ ਸੀ, ਉਹਨਾਂ ਨੂੰ ਕਹਿਣਾ ਤੁਸੀਂ ਇੱਥੇ ਇਕੱਠੇ ਹੁੰਦੇ ਜਾਓ, ਅਸੀਂ ਤੁਹਾਨੂੰ ਛੱਡ ਕੇ ਆਵਾਂਗੇ। ਉਹ ਫਿਰ ਇਕੱਠੇ ਕਰਕੇ ਲੈ ਜਾਣੇ, ਮਰਦ ਮਿਲਾ ਦੇਣੇ। ਜਿਹੜੀਆਂ ਲੜਕੀਆਂ ਹੋਣੀਆਂ ਜਾਂ ਜਿਹੜੇ ਲੜਕੇ ਹੋਣੇ, ਹਰ ਚੀਜ਼ ਉਹਨਾਂ ਨੇ। ਸਾਡੇ ਆਪੋ ਸਾਡੇ ਰਿਸ਼ਤੇਦਾਰ ਮੇਰੇ ਪਪਾ ਸੀ, ਉਹਨਾਂ ਦੀ ਆਪਣੇ ਨਾਰੰਗਵਾਲ ਦੇ ਪਿੰਡ ਬੜਾ, ਉਹਨਾਂ ਦੀ ਜ਼ਮੀਨ ਸੀ, ਉਹਨੇ ਆਪਣਾ ਟਿਊਬਵੈੱਲ ਸੀ, ਹਰ ਚੀਜ਼। ਉਹਨਾਂ ਬਾਹਰ ਹੀ ਡੇਰਾ ਲਾਇਆ ਸੀ। ਉਹਨਾਂ ਦੇ ਉੱਤੇ ਇਹਨਾਂ ਨੇ ਹਮਲੇ ਕੀਤੇ ਕਈ ਦਫਾ, ਲੇਕਿਨ ਉੱਥੇ ਜਿਹੜੇ ਪਿੰਡਾਂ ਦੇ ਮੁਸਲਮਾਨ ਸੀ ਉਹ ਵੀ ਇਕੱਠੇ ਹੋਏ ਆ ਕੇ, ਮਤਲਬ ਬਈ ਸਹਾਰਾ ਜਿੱਥੇ ਕਿਉਂਕਿ ਉਹਨਾਂ ਕੋਲ ਫਿਰ ਰੋਟੀ ਛੋਟੀ, ਉਹਨਾਂ ਜ਼ਿਮੀਂਦਾਰ ਸੀ, ਵੱਡੇ ਵੱਡੇ ਜ਼ਿਮੀਂਦਾਰ ਸੀ, ਟਿਊਬਵੈੱਲ ਲੱਗਿਆ ਹੋਇਆ ਸੀ। ਉਦੋਂ ਟਿਊਬਵੈੱਲ ਤੁਹਾਨੂੰ ਪਤਾ ਕਿਸੇ ਕੋਲ ਹੁੰਦਾ ਸੀ। ਅਤੇ ਉਹ ਜਦੋਂ ਇਕੱਠੇ ਹੋ ਗਏ, ਇਹਨਾਂ ਨੇ ਫਿਰ ਉੱਥੇ ਕੀ ਕੀਤਾ, ਉੱਥੇ ਫਿਰ ਮਹਾਰਾਜਾ ਪਟਿਆਲੇ ਦੀ ਆਰਮੀ ਨੇ ਆ ਕੇ ਅਟੈਕ ਕੀਤਾ। ਉੱਥੇ ਫਿਰ 2 ਇੰਚ ਟਮਾਟਰਾਂ ਦੇ ਗੋਲੇ ਸਿੱਟੇ ਮਾਰਦੇ, ਤਾਂ ਫਿਰ ਉਹ ਮੁਸਲਮਾਨਾਂ ਨੂੰ ਮਰਵਾਇਆ। ਫਿਰ ਜਿਹੜੀਆਂ ਲੜਕੀਆਂ ਸਨ, ਇਹਨਾਂ ਨੇ ਫਿਰ ਆਪੋ ਚੁੱਕ ਕੇ ਖੂਹ ਦੇ ਵਿੱਚ ਸਿੱਟੀਆਂ, ਜਿਹੜੇ ਟਿਊਬਵੈੱਲ ਸੀ ਨਾ, ਉਹ ਖੂਹ 'ਚ ਆਪੋ ਮਾਰ ਕੇ ਵਿੱਚ ਖੂਹ ਸਿੱਟੀਆਂ, ਤਾਂ ਕਿ ਸਿੱਖਾਂ ਦੇ ਹੱਥ ਨਾ ਲੱਗ। ਅੱਖੀ ਵੇਖਿਆ? ਅੱਖੀ ਤੇ ਰਿਸ਼ਤੇਦਾਰ ਮੇਰੇ ਸੀ, ਸਾਡੇ ਫੁੱਫੇ ਸੀ,
ਨਹੀਂ ਰਿਸ਼ਤੇਦਾਰ ਤਾਂ ਹੈ ਸੀ, ਉਹਨਾਂ ਨੇ ਦੱਸਿਆ ਤੁਹਾਨੂੰ ਜਾਂ ਤੁਸੀਂ ਆਪਣੇ ਅੱਖੀ ਵੇਖੇ ਨੇ ਵਾਕਿਆ? ਅਸੀਂ ਦੇਖਿਆ, ਅਸੀਂ ਲਿਆਉਂਦੇ ਰਹੇ ਮੈਂ ਆਰਮੀ 'ਚ, ਉਦੋਂ ਮੈਂ ਆਰਮੀ 'ਚ ਹੀ ਸੀ ਨਾ। ਅੱਛਾ ਅਸੀਂ ਉਹ ਜਿਹੜੇ ਜਿੱਥੇ ਪਿੰਡਾਂ 'ਚ ਮੁਸਲਮਾਨ ਹੁੰਦੇ ਸੀ ਅਸੀਂ ਉਹਨਾਂ ਨੂੰ ਕੱਢ ਕੇ ਲਿਆਉਂਦੇ ਅੱਛਾ ਲਿਆਉਂਦੇ ਸੀ ਨਾ। ਅਸੀਂ ਤਾਂ ਬਾਅਦ ਚੋਂ ਮੈਂ ਆਪਣੇ ਮਾਂ-ਬਾਪ ਵੀ ਕੱਢ ਕੇ ਲਿਆਉਂਦੇ ਨਾ ਅੱਛਾ ਅੱਛਾ। ਆਪਣੀਆਂ ਗੱਡੀਆਂ 'ਚ। ਤੁਹਾਡੇ ਖਾਨਦਾਨ ਦੇ ਕਿੰਨੇ ਲੋਕ ਸ਼ਹੀਦ ਹੋਏ ਨੇ? ਮੇਰੇ ਖਾਨਦਾਨ ਦੇ ਜਿਹੜੇ ਉਧਰ ਸ਼ਹੀਦ ਹੋਏ ਨੇ ਜੀ ਜੀ। ਉਹ ਬੰਦੇ 9 ਬੰਦੇ ਹੋਏ ਨੇ। ਅੱਛਾ, ਨੌ ਖਵਾਤੀਨ ਵੀ ਹੋਈਆਂ ਕੋਈ? ਨਹੀਂ, ਖਵਾਤੀਨ ਸਾਡੀ ਕੋਈ, ਖਵਾਤੀਨ ਸਾਡੀ ਅਸਲ ਤੇ ਇਹ ਹੋਇਆ ਕਿ ਮੇਰੇ ਨਾਲ ਉਹਨਾਂ ਨੂੰ ਵੀ ਧੋਖੇ ਨਾਲ ਸ਼ਹੀਦ ਕੀਤਾ ਗਿਆ? ਨਹੀਂ, ਮੇਰੇ ਨਹੀਂ, ਉਹ ਲੜਕੇ ਹੋਏ ਨੇ, ਔਰਤਾਂ ਮਰੀਆਂ ਨਾ। ਮੇਰੇ ਨਾਨਕੇ ਸੀ ਮਲੇਰਕੋਟਲੇ। ਮਲੇਰਕੋਟਲੇ ਦਾ ਜਿਹੜਾ ਸੀ ਉਹ ਨਵਾਬ ਸੀ, ਉਹ ਰਿਆਸਤ ਮੁਸਲਮਾਨਾਂ ਦੀ ਸੀ। ਮਲੇਰਕੋਟਲੇ ਦਾ ਜਿਹੜਾ ਸੀ ਨਾ ਸਮਝੋ ਬਾਦਸ਼ਾਹ ਲਾ ਲਓ, ਉਹ ਨਵਾਬ ਸੀ। ਉਹ ਜਿਹੜਾ ਮਲੇਰਕੋਟਲੇ ਦੀ ਹੱਦ 'ਚ ਆ ਗਿਆ ਨਾ, ਉਹਦੀ ਆਰਮੀ ਵੀ ਆਪਣੀ ਸੀ, ਪੁਲਿਸ ਵੀ ਆਪਣੀ ਸੀ। ਜਿਹੜਾ ਮਲੇਰਕੋਟਲੇ ਪਹੁੰਚ ਗਿਆ ਨਾ, ਉਹ ਸੇਫ ਹੋ ਗਿਆ। ਅੱਗੇ ਫਿਰ ਰਿਆਸਤਾਂ ਹੁੰਦੀਆਂ ਸੀ। ਮਲੇਰਕੋਟਲੇ ਦੇ ਨਾਲ ਹੀ ਸ਼ੁਰੂ ਹੁੰਦੀ ਸੀ ਆਪਣੀ ਪਹਿਲੀ ਰਿਆਸਤ ਸੀ ਸੰਗਰੂਰ, ਉਹ ਵੀ ਸਿੱਖਾਂ ਦੀ ਸੀ। ਅੱਗੇ ਸੀ ਫਿਰ ਨਾਭਾ, ਉਹ ਵੀ ਸਿੱਖਾਂ ਦੀ। ਫਿਰ ਅੱਗੇ ਪਟਿਆਲਾ ਸੀ। ਪਟਿਆਲਾ ਤਾਂ ਖੈਰ ਬਹੁਤ ਵੱਡੀ, ਉਹ ਸਮਝੋ ਅੱਧਾ ਪੰਜਾਬ ਸੀ, ਉਹ ਸੀ। ਇਹਨਾਂ ਸਾਰਿਆਂ ਨੇ, ਇਹਨਾਂ ਦੀ ਜਿਹੜੇ ਆਰਮੀ ਸੀ ਨਾ, ਇਹਨਾਂ ਫੌਜਾਂ, ਉਹ ਉਹਨਾਂ ਨੂੰ ਹਥਿਆਰ ਦੇ ਕੇ ਬਾਕੀ ਨਾਲ ਸਿੱਖਾਂ ਦੇ ਭੇਜ ਦਿੰਦੇ ਸੀ ਫਲਾਣੇ ਪਿੰਡ ਜਾ ਕੇ। ਆਂਡਰੂ ਹਲਵਾਰਾ, ਇੱਕ ਤੁਸੀਂ ਸੁਣਿਆ ਹੋਣਾ, ਇੱਕ ਆਂਡਰੂ ਹਲਵਾਰਾ ਪਿੰਡ ਸੀ, ਉੱਥੇ ਏਅਰਪੋਰਟ ਵੀ ਸੀ। ਸਨਬੈਂਡ ਦੀ ਲੜਾਈ 'ਚ ਤੁਸੀਂ ਸੁਣਿਆ ਹੋਣਾ, ਸਾਡੇ ਹਵਾਈ ਜਹਾਜ਼ ਤੇ ਉੱਥੇ ਹਲਵਾਰੇ ਦੇ ਹਮਲੇ ਕਰਦੇ ਰਹੇ। ਉਹ ਪੰਜਾਬ 'ਚ ਆਉਂਦਾ।